सो यूके ਨੂੰ ਲੈ ਕੇ ਜਿੱਥੇ ਸਾਰਿਆਂ ਦੇ ਮਨ ਵਿੱਚ ਬੜੇ ਸਵਾਲ ਨੇ ਰੂਲਸ ਚੇਂਜ ਨੂੰ ਲੈ ਕੇ ਨਾਲ ਦੀ ਨਾਲ ਫੰਡਸ ਨੂੰ ਲੈ ਕੇ ਵੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਚਾਹੇ ਕਿ 28 ਦਿਨ ਪੁਰਾਣੇ ਫੰਡਸ ਹੀ ਸ਼ੋ ਕਰਨੇ ਹੁੰਦੇ ਨੇ ਪਰ ਫਿਰ ਵੀ ਕਿਹੜੀ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ ਜੇਕਰ ਤੁਸੀਂ ਹੁਣ ਅਪਲਾਈ ਕੀਤਾ ਹੋਇਆ ਹੈ ਖਾਸ ਤੌਰ ਤੇ ਅਸੀਂ ਉਹਨਾਂ ਦੀ ਗੱਲ ਜ਼ਿਕਰ ਕਰੀਏ ਜਿਨ੍ਹਾਂ ਨੇ ਸੈਪਟੰਬਰ ਇਨਟੇਕ ਲਈ ਅਪਲਾਈ ਕੀਤਾ ਹੈ ਔਰ ਸਪਾਊਸ ਦੇ ਨਾਲ ਜਾਣ ਦਾ ਜਿਹੜਾ ਹੈ ਲਾਸਟ ਮੌਕਾ ਹੈ ਤੇ ਕਿਤੇ ਵੀ ਫੰਡਸ ਨੂੰ ਲੈ ਕੇ ਤੁਹਾਡੀ ਗਲਤੀ ਨਾ ਰਹਿ ਜਾਏ ਕੀ ਰਾਈਟ ਪ੍ਰੋਸੈਸ ਹੈ ਇੱਕ ਗੱਲ ਤੁਹਾਨੂੰ ਅੱਜ ਦੀ ਵੀਡੀਓ ਦੇ ਜ਼ਰੀਏ ਅਸੀਂ ਸਮਝਾਵਾਂਗੇ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਅੱਜ ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਫਰੰਟੀਅਰ ਇਮੀਗ੍ਰੇਸ਼ਨ ਤੋਂ ਅਬਰਾਡ ਐਜੂਕੇਸ਼ਨ ਐਡਵਾਈਜ਼ਰ ਕੀਰਤੀ ਜੈਨ ਸਾਡੇ ਨਾਲ ਨੇ ਬਹੁਤ ਸਵਾਗਤ ਹੈ ਕੀਰਤੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਕੀਰਤੀ ਆਪਾਂ ਹਮੇਸ਼ਾ ਹਰ ਇੱਕ ਅਪਡੇਟ ਜੋ ਹੈ ਸਟੂਡੈਂਟਸ ਨਾਲ ਸਾਂਝਾ ਕਰਦੇ ਹਾਂ ਨਾ ਵੀਡੀਓਜ਼ ਦੇ ਜ਼ਰੀਏ ਅੱਜ ਆਪਾਂ ਜਿੱਥੇ ਗੱਲ ਯੂਕੇ ਦੀ ਕਰ ਰਹੇ ਹਾਂ ਤਾਂ ਫੰਡਸ ਨੂੰ ਲੈ ਕੇ ਆਖਿਰ ਕਿੱਥੇ ਗਲਤੀਆਂ ਹੁੰਦੀਆਂ ਨੇ ਹਾਲਾਂਕਿ ਬੜਾ ਈਜ਼ੀ ਪ੍ਰੋਸੈਸ ਮੰਨਿਆ ਜਾਂਦਾ ਹੈ ਯੂਕੇ ਦੇ ਲਈ ਪਰ ਫਿਰ ਵੀ ਚਾਹੇ ਈਜ਼ੀ ਹੈ ਫਿਰ ਵੀ ਗੱਲਾਂ ਕੁਝ ਪੁਆਇੰਟਸ ਹੁੰਦੇ ਨੇ ਜਿਸ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਇੱਥੇ ਤੁਸੀਂ ਕੀ ਗਾਈਡ ਕਰਨਾ ਚਾਹੋਗੇ ਸਟੂਡੈਂਟਸ ਬਿਲਕੁਲ ਨੋ ਡਾਊਟ ਯੂਕੇ ਦੀ ਜੇ ਆਪਾਂ ਗੱਲ ਕਰਦੇ ਵੀਜ਼ਾ ਲਈ ਡਾਕੂਮੈਂਟੇਸ਼ਨ ਲਈ ਤੇ ਸਭ ਤੋਂ ਸੌਖਾ ਪ੍ਰੋਸੈਸ ਮੈਂ ਕਹਾਂਗੀ ਯੂਕੇ ਦਾ ਹੈ ਬਟ ਜਿਹਦੇ ਵਿੱਚ ਫੰਡਸ ਬਹੁਤ ਜ਼ਿਆਦਾ ਮੈਟਰ ਕਰਦੇ ਨੇ ਪਹਿਲੀ ਗੱਲ ਤਾਂ ਜੇ ਆਪਾਂ ਯੂਕੇ ਲਈ ਅਪਲਾਈ ਕਰ ਰਹੇ ਹਾਂ ਤੇ ਉਹਦੇ ਵਿੱਚ ਸਾਡਾ ਮੇਜਰ ਡਾਕੂਮੈਂਟ ਸਾਡੇ ਕੋਲ ਹੋਣਾ ਚਾਹੀਦਾ ਦੈਟ ਇਜ਼ ਕੈਸ਼ ਤੇ ਕੈਸ਼ ਲਈ ਸਾਨੂੰ ਫੰਡਸ ਦੀ ਰਿਕੁਆਇਰਮੈਂਟ ਹੁੰਦੀ ਹੈ ਤੇ ਯੂਕੇ ਦਾ ਇੱਕ ਰੂਲ ਹੈ ਕਿ ਜਿਹੜੀ ਵੀ ਫੰਡਿੰਗ ਤੁਸੀਂ ਪ੍ਰੋਵਾਈਡ ਕਰ ਰਹੇ ਹੋ 28 ਡੇਜ਼ 올ਡ ਹੋਣੀ ਚਾਹੀਦੀ ਹੈ ਤਾਂ ਹੀ ਤੁਸੀਂ ਐਪਲੀਕੇਬਲ ਹੋ ਕੈਸ਼ ਲਈ ਜਾਂ ਵੀਜ਼ਾ ਲਈ ਅਪਲਾਈ ਕਰਨ ਲਈ ਬਟ ਇਸ ਟਾਈਮ ਮੈਂ ਵੇਖਿਆ ਕਿ ਬਹੁਤ ਬੱਚੇ ਇਸ ਫੰਡਸ ਨੂੰ ਲੈ ਕੇ ਜੋ ਕਿ ਬਹੁਤ ਸਿੰਪਲ ਜਿਹੀ ਟਰਮ ਹੈ ਬਹੁਤ ਗਲਤੀਆਂ ਕਰਦੇ ਨੇ ਤੇ ਮੈਂ ਇੱਥੇ ਸ਼ੁਰੂਆਤ ਇੱਕ ਮੈਰਿਡ ਪਰਸਨ ਨਾਲ ਕਰਾਂਗੀ ਕਿ ਕਿਉਂਕਿ ਇਸ ਟਾਈਮ ਬੱਚੇ ਦਾ ਵੈਸੇ ਵੀ ਰਸ਼ ਪਿਆ ਹੋਇਆ ਸਪਾਊਸ ਕੇਸ ਨੂੰ ਲੈ ਕੇ ਸੋ ਜਿਹੜੇ ਮੈਰਿਡ ਲੋਕੀ ਨੇ ਉਹ ਕੀ ਕਰਦੇ ਆ ਜਿਹੜੇ ਫੰਡਿੰਗ ਸ਼ੋ ਕਰਦੇ ਆ ਯੂਕੇ ਲਈ ਉਹ ਆਪਣੇ ਇਨ-ਲॉज ਦੇ ਨਾਮ ਕਰ ਲੈਂਦੇ ਭਾਵੇਂ ਉਹ ਗਰਲ ਵੱਲੋਂ ਹੋਣ ਜਾਂ ਬॉय ਵੱਲੋਂ ਹੋਣ ਤੇ ਉਹ ਬਟ ਇਹ ਚੀਜ਼ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਕਿ ਇਨ-ਲॉज ਦੀ ਫੰਡਿੰਗ ਯੂਕੇ ਵਿੱਚ ਬਿਲਕੁਲ ਵੀ ਕਾਊਂਟ ਨਹੀਂ ਹੁੰਦੀ ਭਾਵੇਂ ਤੁਸੀਂ ਉਹਦੇ ਵਿੱਚ 50 ਲੱਖ ਫੰਡ ਕਿਉਂ ਨਹੀਂ ਸ਼ੋ ਕਰ ਲਏ ਸੋ ਮੇਕ ਸ਼ੋਰ ਤੁਹਾਨੂੰ ਪਹਿਲੀ ਗੱਲ ਤਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਸ ਰਿਲੇਸ਼ਨ ਦੇ ਫੰਡ ਜਿਹੜੇ ਆ ਯੂਕੇ ਵਿੱਚ ਸ਼ੋ ਕਰ ਸਕਦੇ ਹਾਂ ਸੋ ਮੈਂ ਇੱਥੇ ਤੁਹਾਨੂੰ ਇੱਕ ਬਰੀਫ ਕਲੈਰੀਫਿਕੇਸ਼ਨ ਦੇਣਾ ਚਾਹਾਂਗੀ ਕਿ ਯੂਕੇ ਵੀ ਤੁਸੀਂ ਐਪਲੀਕੈਂਟ ਦੇ ਨਾਮ ਦੇ ਜੇ ਤੁਹਾਡਾ ਹਸਬੈਂਡ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਜੁਆਇੰਟ ਅਕਾਊਂਟ ਸ਼ੋ ਕਰ ਸਕਦੇ ਹੋ ਤੁਹਾਡੇ ਪੇਰੈਂਟਸ ਨੇ ਤਾਂ ਤੁਸੀਂ ਉਹਨਾਂ ਨਾਲ ਜੁਆਇੰਟ ਅਕਾਊਂਟ ਸ਼ੋ ਕਰ ਸਕਦੇ ਹੋ ਇੰਡੀਵਿਜੂਅਲ ਅਕਾਊਂਟ ਕਿਸੇ ਦਾ ਵੀ ਨਹੀਂ ਦਿਖਾ ਸਕਦੇ ਐਕਸੈਪਟ ਐਪਲੀਕੈਂਟ ਸੋ ਇਹ ਚੀਜ਼ ਬਹੁਤ ਧਿਆਨ ਰੱਖਣ ਵਾਲੀ ਹੈ ਸਾਡੇ ਕੋਲ ਫੰਡਸ ਵੀ ਪੁਰਾਣੇ ਹੈ ਸਾਡੇ ਕੋਲ ਸੋਰਸ ਵੀ ਹੈਗਾ ਹੈ ਬਟ ਜੇ ਫੰਡਿੰਗ ਦੇ ਨਾਮ ਕਰੈਕਟ ਨਹੀਂ ਹੈਗਾ ਤੇ ਉਸ ਫੰਡਿੰਗ ਦਾ ਕੋਈ ਬੈਨੀਫਿਟ ਨਹੀਂ ਹੈ ਤੇ ਨਾ ਹੀ ਉਹਦੇ ਬੇਸ 'ਤੇ ਤੁਹਾਨੂੰ ਕੈਸ਼ ਆਉਣ ਵਾਲਾ ਹੈ ਇਸ ਤੋਂ ਬਾਅਦ ਸਾਡੀ ਜਿਹੜੀ ਫੰਡਿੰਗ ਦੀ ਕੈਲਕੂਲੇਸ਼ਨ ਹੈ ਉਹ ਬਹੁਤ ਐਕੂਰੇਟ ਹੋਣੀ ਚਾਹੀਦੀ ਹੈ ਸਾਨੂੰ ਪਤਾ ਹੋਣਾ ਚਾਹੀਦੀ ਹੈ ਕਿ ਕਿੰਨੀ ਰਿਕੁਆਇਰਮੈਂਟ ਸਾਡੇ ਕੋਲ ਹੈ ਭਾਵੇਂ ਵਾਧੂ ਹੋ ਜਾਣ ਕੋਈ ਦਿੱਕਤ ਨਹੀਂ ਘੱਟ ਨਹੀਂ ਹੋਣੀ ਚਾਹੀਦੀ ਹੈ ਇਹ ਚੀਜ਼ ਵੀ ਧਿਆਨ ਰੱਖਣ ਵਾਲੀ ਹੈ ਇਸ ਤੋਂ ਬਾਅਦ ਇਸ ਟਾਈਮ ਜਿਹੜੀ ਸਭ ਤੋਂ ਜ਼ਿਆਦਾ ਪਰਸਨ ਗਲਤੀ ਕਰ ਰਿਹਾ ਵੈਸੇ ਤਾਂ ਜਦੋਂ ਅਸੀਂ ਟੀਅਰ 4 ਕੈਟਾਗਰੀ ਵਿੱਚ ਵੀਜ਼ਾ ਅਪਲਾਈ ਕਰਦੇ ਸਾਨੂੰ ਕੋਈ ਇਨਕਮ ਸੋਰਸ ਦੀ ਕੋਈ ਰਿਕੁਆਇਰਮੈਂਟ ਯੂਕੇ ਦੇ ਵਿੱਚ ਨਹੀਂ ਹੁੰਦੀ ਸਿਰਫ ਪਾਰਟੀਕੂਲਰ 2-3 ਡਾਕੂਮੈਂਟਸ ਨੇ ਜਿਹੜੇ ਰਿਕੁਆਇਰਡ ਹੁੰਦੇ ਆ ਜਿਹਦਾ ਮੇਜਰ ਡਾਕੂਮੈਂਟ ਮੈਂ ਆਲਰੇਡੀ ਗੱਲ ਕਰ ਚੁੱਕੀ ਹਾਂ ਕਿ ਬੈਂਕ ਡਾਕੂਮੈਂਟ ਹੁੰਦੇ ਆ ਬਟ ਇਹਦੇ ਵਿੱਚ ਇੱਕ ਹੋਰ ਮੇਜਰ ਜਿਹੜੀ ਦਿੱਕਤ ਆਉਂਦੀ ਹੈ ਜਦੋਂ ਵੀ ਅਸੀਂ ਅਕਾਊਂਟ ਓਪਨਿੰਗ ਲਈ ਜਾਂਦੇ ਹਾਂ ਜਾਂ ਬੈਂਕ ਦੇ ਡਾਕੂਮੈਂਟ ਦੀ ਮੈਂ ਗੱਲ ਕਰਦੀ ਹਾਂ ਸੋ ਹਮੇਸ਼ਾ ਹੀ ਸਾਡਾ ਜਿਹੜਾ ਅਕਾਊਂਟ ਓਪਨ ਹੁੰਦਾ ਉਹ ਆਧਾਰ ਤੇ ਪੈਨ ਕਾਰਡ ਦੇ ਬੇਸਿਸ 'ਤੇ ਹੁੰਦਾ ਹੈ ਕਈ ਵਾਰੀ ਐਪਲੀਕੈਂਟ ਇਸ ਚੀਜ਼ ਨੂੰ ਧਿਆਨ ਨਹੀਂ ਦਿੰਦਾ ਬਟ ਸਾਡੀ ਕਲੈਰੀਕਲ ਇਸ਼ੂਜ਼ ਹੁੰਦੇ ਆ ਕਿ ਸਾਡਾ ਆਧਾਰ 'ਤੇ ਨਾਮ ਸਰਨੇਮ ਹੈਗਾ ਹੈ ਪੈਨ ਕਾਰਡ 'ਤੇ ਨਹੀਂ ਹੈਗਾ ਕਈ ਵਾਰੀ ਸਾਡੀ ਡੇਟ ਆਫ ਬਰਥ ਵੀ ਚੇਂਜ ਹੁੰਦੀ ਹੈ ਬਟ ਜਦੋਂ ਸਾਡੇ ਕੋਲ ਉਹ ਬੈਂਕ ਦੀ ਸਟੇਟਮੈਂਟ ਸਾਡੇ ਕੋਲ ਆਉਂਦੀ ਹੈ ਜਾਂ ਜਿਹਦੇ ਵਿੱਚ ਅਸੀਂ ਫੰਡਿੰਗ ਸ਼ੋ ਕੀਤੀ ਤੇ ਅਸੀਂ ਇਹਨਾਂ ਗੱਲਾਂ 'ਤੇ ਧਿਆਨ ਨਹੀਂ ਦਿੰਦੇ ਕਿਉਂਕਿ ਸਾਨੂੰ ਹੁੰਦਾ ਹੈ ਕਿ ਅਸੀਂ ਆਪਣੇ ਡਾਕੂਮੈਂਟ ਹੀ ਦਿੰਦੇ ਸੋ ਆਫਕੋਰਸ ਐਵਰੀਥਿੰਗ ਵਿਲ ਬੀ ਕਰੈਕਟ ਤੇ ਕਈ ਵਾਰੀ ਬੱਚੇ ਦਾ ਰਿਫਿਊਜ਼ਲ ਜਾਂ ਮੈਂ ਕਹਾਂ ਕੈਸ਼ ਰਿਜੈਕਸ਼ਨ ਉਨ ਪਰਟੀਕੂਲਰ ਡਿਟੇਲਸ 'ਤੇ ਵੀ ਆ ਜਾਂਦਾ ਕਿਉਂਕਿ ਤੁਹਾਡਾ ਜਿਹੜਾ ਡੇਟ ਆਫ ਬਰਥ ਹੈ ਉਹ ਮੈਚ ਨਹੀਂ ਕਰਦਾ ਸੋ ਬਹੁਤ ਛੋਟੀਆਂ ਗੱਲਾਂ ਨੇ ਬਟ ਇਹ ਚੀਜ਼ ਹੀ ਤੁਹਾਨੂੰ ਵੀਜ਼ੇ ਦੀ ਤਰਫ ਲੈ ਕੇ ਜਾਂਦੀ ਹੈ ਸੋ ਮੇਕ ਸ਼ੋਰ ਜੇ ਯੂਕੇ 2-3 ਡਾਕੂਮੈਂਟ ਹੀ ਤੁਹਾਡਾ ਲੈ ਰਹੇ ਤੇ ਉਹ 2-3 ਡਾਕੂਮੈਂਟ ਇੰਨੇ ਕਰੈਕਟ ਤੇ ਇੰਨੇ ਪ੍ਰੀਸਾਈਜ਼ਡ ਹੋਣੇ ਚਾਹੀਦੇ ਕਿ ਉਹਦੇ ਵਿੱਚ ਕੋਈ ਵੀ ਗਲਤੀ ਨਾ ਹੋਵੇ ਜੀ ਸੋ ਬਹੁਤ ਵਧੀਆ ਢੰਗ ਨਾਲ ਇੱਕ ਪੁਆਇੰਟ ਕੀਰਤੀ ਨੇ ਕਲੀਅਰ ਕਰ ਦਿੱਤਾ ਪਰ ਨਾਲ ਦੀ ਨਾਲ ਕੀਰਤੀ ਅੱਗੋਂ ਗੱਲ ਕਰੀਏ ਤਾਂ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਸੈਪਟੰਬਰ ਇਨਟੇਕ ਸਪਾਊਸ ਵੀਜ਼ਾ ਲਗਾਉਣ ਦੇ ਲਈ ਲਾਸਟ ਚਾਂਸ ਹੈ 2024 ਜਨਵਰੀ ਤੋਂ ਰੂਲ ਚੇਂਜ ਹੋ ਰਹੇ ਨੇ ਤੇ ਇੱਥੇ ਇੱਕ ਹੋਰ ਟੈਨਸ਼ਨ ਪਰੇਸ਼ਾਨੀ ਉਹਨਾਂ ਸਭ ਦੇ ਲਈ ਬਣੀ ਹੋਈ ਹੈ ਜਿਨ੍ਹਾਂ ਨੇ ਸਪਾਊਸ ਵੀਜ਼ਾ ਲਈ ਅਪਲਾਈ ਕਰਨਾ ਹੈ ਕਿ ਹਾਲੇ ਤੱਕ ਕੈਸ਼ ਡਿਲੇ ਜਿਵੇਂ ਜਿਸ ਤਰ੍ਹਾਂ ਨਾਲ ਚੱਲ ਰਹੇ ਨੇ ਅਸੀਂ ਸੈਪਟੰਬਰ ਲਈ ਅਪਲਾਈ ਕਰ ਰਹੇ ਹਾਂ ਕੀ ਸਾਨੂੰ ਇੱਥੇ ਸੀਟ ਮਿਲ ਜਾਏਗੀ ਕਿਤੇ ਇਹ ਤਾਂ ਨਹੀਂ ਅਸੀਂ ਪ੍ਰੋਸੈਸ ਵੀ ਸ਼ੁਰੂ ਕਰ ਰਹੇ ਹਾਂ ਤੇ ਸਾਨੂੰ ਸੈਪਟੰਬਰ ਲਈ ਸੀਟ ਵੀ ਨਾ ਮਿਲੇ ਕਿੰਨਾ ਕੁ ਟਾਈਮ ਡਿਲੇ ਵੀ ਆਪਾਂ ਮੰਨ ਕੇ ਚੱਲੀਏ ਕੈਸ਼ ਦੇ ਲਈ ਇਹ ਪੂਰੇ ਪ੍ਰੋਸੀਜਰ ਨੂੰ ਅਗਰ ਸਮਝਣ ਦੀ ਕੋਸ਼ਿਸ਼ ਕਰੀਏ ਦੇਖੋ ਜਿਨ੍ਹਾਂ ਨੇ ਸੈਪਟੰਬਰ ਇਨਟੇਕ ਲਈ ਅਪਲਾਈ ਕੀਤਾ ਭਾਵੇਂ ਇੰਡੀਵਿਜੂਅਲ ਕੀਤਾ ਜਾਂ ਮੇਜਰਲੀ ਸਪਾਊਸ ਕਿਉਂਕਿ ਇਸ ਟਾਈਮ ਮੇਜਰ ਟੈਨਸ਼ਨ ਉਹਨਾਂ ਦੇ ਲਈ ਹੈ ਤੇ ਮੈਂ ਇੱਥੇ ਡਿਲੇ ਤਾਂ ਨਹੀਂ ਕਵਾਂਗੀ ਕੈਸ਼ ਲਈ ਕਿਉਂਕਿ ਅਸੀਂ ਹਜੇ ਜੂਨ ਤੇ ਹੈ ਤੇ ਅਸੀਂ ਸੈਪਟੰਬਰ ਦਾ ਦੇਖੀਏ ਤਾਂ ਬਹੁਤ ਟਾਈਮ ਪਿਆ ਹੈ ਸੋ ਯੂਨੀਵਰਸਿਟੀ
ਯੂਨੀਵਰਸਿਟੀ ਨੂੰ ਇੱਥੇ ਸਮਝਣ ਦੀ ਥੋੜੀ ਜਿਹੀ ਲੋੜ ਹੈਗੀ ਹੈ। नो डाउट बहुत एप्लीकेंट्स ने इस टाइम उन्होंने सारी फॉर्मेलिटीज़ कंप्लीट हैं, फंड पुराने हो चुके हैं, फीसा भर चुके हैं, इंटरव्यूज़ हो चुकी हैं, कैश अप्लाइड है, बस वेट कर रहे हैं कदों होगा। सो मैं ये गल ਤੁਹਾਨੂੰ ਦੱਸਣਾ ਚਾਹਾਂਗੀ ਕਿ ਯੂਨੀਵਰਸਿਟੀਜ਼ ਯੂਕੇ ਦੀ ਜਿਹੜੀਆਂ ਉਹ ਇਨਟੇਕ ਤੋਂ ਕੁਝ ਟਾਈਮ ਪਹਿਲਾਂ ਹੀ ਪ੍ਰੋਸੈਸ ਕਰਨਾ ਸ਼ੁਰੂ ਕਰਦੀਆਂ। ਸੋ ਜੇ ਤੁਹਾਡਾ ਕੈਸ਼ ਇਨ ਪ੍ਰੋਸੈਸ ਹੈ ਤਾਂ ਡੈਫੀਨਿਟਲੀ ਉੱਥੇ ਵੈਰੀਫਿਕੇਸ਼ਨ ਦਾ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਤੇ ਕੁਝ ਟਾਈਮ ਦੇ ਵਿੱਚ ਤੁਹਾਡਾ ਕੈਸ਼ ਆ ਜਾਊਗਾ। ਬਟ ਯੈਸ, ਬਿਲਕੁਲ ਜਿਨ੍ਹਾਂ ਨੇ ਸਪਾਊਸ ਕੇਸ ਅਪਲਾਈ ਕੀਤਾ ਉਹਨਾਂ ਲਈ ਬਹੁਤ ਹੀ ਚਿੰਤਾ ਵਾਲੀ ਗੱਲ ਹੈ, ਕਿਉਂਕਿ ਇਹ ਲਾਸਟ ਇਨਟੇਕ ਆਪਾਂ ਕਹਿ ਸਕਦੇ ਹਾਂ ਉਹਨਾਂ ਲਈ ਹੈਗਾ। ਸੋ ਜੇ ਤੁਸੀਂ ਤੁਹਾਡੀ ਇੰਟਰਵਿਊ ਹੋ ਚੁੱਕੀ ਹੈ, ਕਲੀਅਰ ਹੋ ਚੁੱਕੀ ਹੈ, ਤੁਸੀਂ ਆਪਣੀ ਫੀਸ ਭਰ ਚੁੱਕੇ ਹੋ, ਤੁਸੀਂ ਫੰਡਿੰਗ ਓਲ ਸ਼ੋ ਕਰ ਚੁੱਕੇ ਹੋ, ਤੇ ਇਸ ਟਾਈਮ ਤੁਹਾਡਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਕੈਸ਼ ਸ਼ੀਲਡ ਹੈ ਉਹਦੇ 'ਤੇ ਤੁਹਾਡੀ ਪਰਸੈਂਟੇਜ ਕੀ ਚੱਲ ਰਹੀ ਹੈ। ਕਿਉਂਕਿ ਕੈਸ਼ ਸ਼ੀਲਡ ਇੱਕ ਪੋਰਟਲ ਹੈ ਜਿਹਦੇ 'ਤੇ ਸਾਨੂੰ ਕੈਸ਼ ਰਿਲੀਜ਼ ਹੁੰਦਾ, ਤੇ ਉਹਦੇ ਹਰ ਟਾਈਮ ਜਦੋਂ ਵੀ ਅਸੀਂ ਕੋਈ ਵੀ ਚੇਂਜਸ ਆਪਣੀ ਫਾਈਲ ਦੇ ਵਿੱਚ ਕਰਦੇ ਹਾਂ ਜਾਂ ਕੋਈ ਡਾਕੂਮੈਂਟ ਕਰਦੇ ਤੇ ਆਪਣੀ ਪਰਸੈਂਟੇਜ ਸ਼ੋ ਹੁੰਦੀ ਹੈ। ਜੇ ਤੁਹਾਡੀ 20-30% ਚੱਲ ਰਹੀ ਹੈ ਸੋ ਮੀਨਸ ਇਹ ਬਹੁਤ ਘੱਟ ਪਰਸੈਂਟੇਜ ਹੈ। ਸੋ ਆਫਕੋਰਸ ਸਾਡਾ ਵੀਜ਼ਾ ਡਿਲੇ ਵੀ ਹੋ ਸਕਦਾ ਹੈ, ਇਨਟੇਕ ਵੀ ਡੈਫਰ ਹੋ ਸਕਦਾ ਹੈ, ਇਹ ਚੀਜ਼ਾਂ ਹੋ ਸਕਦੀਆਂ ਨੇ। ਬਟ ਜੇ ਇਸ ਟਾਈਮ ਤੁਹਾਡੀ ਸਾਰੀ ਫੋਰਮੈਲਿਟੀਜ਼ ਕੰਪਲੀਟ ਹੈ ਤੇ ਤੁਹਾਡੀ ਕੈਸ਼ ਸ਼ੀਲਡ ਦੀ ਪਰਸੈਂਟੇਜ 70 ਤੋਂ 80% ਦੇ ਵਿੱਚ ਚੱਲ ਰਹੀ ਹੈ, ਇਟ ਮੀਨਸ ਤੁਹਾਡੇ ਕੈਸ਼ ਦੀ ਉਮੀਦ ਹੈਗੀ ਹੈ। ਡੈਫੀਨਿਟਲੀ ਤੁਸੀਂ ਇਸ ਇਨਟੇਕ ਦੇ ਵਿੱਚ ਟਰੈਵਲ ਕਰ ਸਕਦੇ ਹੋ। ਸੋ ਇੱਕ ਮੈਂ ਛੋਟਾ ਜਿਹਾ ਤਰੀਕਾ ਤੁਹਾਨੂੰ ਦੱਸਿਆ ਜਿਹਦੇ ਅਕੋਰਡਿੰਗ ਤੁਸੀਂ ਜਜਮੈਂਟ ਕਰ ਸਕਦੇ ਹੋ। ਬਟ ਫਿਰ ਵੀ ਮੈਂ ਇੱਕ ਗੱਲ ਕਹਿਣਾ ਚਾਹਾਂਗੀ ਕਿ ਜੇ ਤੁਸੀਂ ਸੈਪਟੈਂਬਰ ਇਨਟੇਕ ਲਈ ਅਪਲਾਈ ਕਰ ਚੁੱਕੇ ਹੋ ਤੇ ਤੁਹਾਨੂੰ ਪਤਾ ਹੈ ਲਾਸਟ ਇਨਟੇਕ ਮੀਨਸ ਇਹਦੇ ਇਲਾਵਾ ਸਾਡੇ ਕੋਲ ਹੱਲ ਹੈ ਵੀ ਨਹੀਂ ਹੈ, ਅਸੀਂ ਵੇਟ ਕਰ ਸਕਦੇ ਹਾਂ। ਬਟ ਫਿਰ ਵੀ ਜੇ ਤੁਸੀਂ ਆਪਣੀ ਟਿਊਸ਼ਨ ਫੀਸ ਇੱਕ ਪਰਟੀਕੂਲਰ ਯੂਨੀਵਰਸਿਟੀ ਦੇ ਵਿੱਚ ਪੇ ਕਰ ਚੁੱਕੇ ਹੋ ਤਾਂ ਵੀ ਮੈਂ ਕਹਾਂਗੀ ਜੇ ਤੁਹਾਡੇ ਕੋਲ ਹੋਰ ਯੂਨੀਵਰਸਿਟੀ ਦੇ ਆਫਰ ਲੈਟਰ ਆਏ ਹੋਏ ਹੈ ਉਹਨਾਂ ਨੂੰ ਵੇਸਟ ਨਾ ਸਮਝੋ, ਉੱਥੇ ਵੀ ਆਪਣਾ ਪ੍ਰੋਸੈਸ ਜਿਹੜਾ ਉਹ ਕਰਦੇ ਰਹੋ, ਕਿਉਂਕਿ ਹਰ ਯੂਨੀਵਰਸਿਟੀ ਦੀ ਟਿਊਸ਼ਨ ਫੀਸ ਦੀ ਰਿਕੁਆਇਰਮੈਂਟ ਵੱਖਰੀ ਹੁੰਦੀ ਹੈ। ਕਈ ਬਹੁਤ ਹੀ ਮਿਨੀਮਮ ਡਿਪੋਜ਼ਿਟ ਲੈਂਦੀ ਹੈ, ਤੇ ਜੇ ਅਸੀਂ ਪੇ ਕਰ ਵੀ ਦਿੰਦੇ ਹਾਂ ਆਪਣੀ ਸੀਟ ਸਿਕਿਉਰ ਕਰਨ ਲਈ, ਜਦੋਂ ਸਾਨੂੰ ਪਤਾ ਹੀ ਹੈ ਕਿ ਅਸੀਂ ਬਾਹਰ ਜਾਣਾ ਹੈ ਤੇ ਸਾਡੇ ਕੋਲ ਲਾਸਟ ਆਪਸ਼ਨ ਹੈ, ਤਾਂ ਮੈਨੂੰ ਉਹਦੇ ਵਿੱਚ ਕੋਈ ਖਰਾਬੀ ਨਜ਼ਰ ਨਹੀਂ ਆਉਂਦੀ। ਇਹਦੇ ਤੋਂ ਤੁਸੀਂ ਕੀ ਕਰੋਗੇ, ਜਿਹੜੀ ਪਰਟੀਕੂਲਰ ਯੂਨੀਵਰਸਿਟੀ ਤਾਂ ਅਸੀਂ ਸੇਵ ਕਰ ਹੀ ਰੱਖੀ ਹੈ, ਬਾਕੀ ਆਪਸ਼ਨ ਵੀ ਸਾਡੇ ਸਿਕਿਉਰ ਹੋ ਜਾਣਗੇ। ਤੇ ਨਾਲੇ ਜੇ ਫੰਡਿੰਗ ਦੀ ਗੱਲ ਕਰੀਏ, ਜਿਹੜੀ ਇੱਕ ਯੂਨੀਵਰਸਿਟੀ ਵਿੱਚ ਯੂਜ਼ ਕੀਤੀ ਉਹ ਬਾਕੀ ਵਿੱਚ ਵੀ ਹੋ ਸਕਦੀ ਹੈ। ਆਫਕੋਰਸ ਅਮਾਊਂਟ ਆਪਾਂ ਨੂੰ ਚੈੱਕ ਕਰਨੀ ਪੈਣੀ। ਸੋ ਇਹ ਚੀਜ਼ਾਂ ਦਾ ਧਿਆਨ ਰੱਖੇ ਤੁਹਾਡਾ ਸੈਪਟੈਂਬਰ ਇਨਟੇਕ ਕਿਤੇ ਨਹੀਂ ਗਿਆ। ਕੈਸ਼ ਸ਼ੀਲਡ ਮੇਨ ਚੀਜ਼ ਹੈ, ਉਹ ਜ਼ਰੂਰ ਤੁਸੀਂ ਚੈੱਕ ਕਰੋ। ਬਾਕੀ ਜੇ ਆਪਾਂ ਗੱਲ ਕਰਦੇ ਹਾਂ ਕਿ ਹੋਰ ਕੀ ਆਪਸ਼ਨਸ ਹੈ ਇਸ ਤੋਂ ਬਾਅਦ, ਸੋ ਆਫਕੋਰਸ ਜੇ ਯੂਕੇ ਨੇ ਰੂਲ ਚੇਂਜ ਕੀਤਾ ਹੈ ਤੇ ਕਿਤੇ ਨਾ ਕਿਤੇ ਕੱਲ ਕੋਈ ਆਲਟਰਨੇਟ ਵੀ ਡੈਫੀਨਿਟਲੀ ਸਾਡੇ ਕੋਲ ਆਊਗਾ। ਬਟ ਹਰ ਚੀਜ਼ ਟਾਈਮ ਨਾਲ ਆਉਣੀ ਹੈ। ਸੋ ਮੇਕ ਸ਼ੋਰ ਫਿਲਹਾਲ ਜਿਹੜਾ ਅਪਡੇਟ ਹੈ ਉਹਦੇ ਅਕੋਰਡਿੰਗ ਤੁਸੀਂ ਜਿੰਨਾ ਵਾਈਸਲੀ ਪਲੇ ਕਰੋਗੇ ਉਨੇ ਚਾਂਸਿਸ ਤੁਹਾਡੇ ਇਨਟੇਕ ਵਿੱਚ ਜਾਣਦੇ ਹੈਗੇ। ਸੋ ਮੇਕ ਸ਼ੋਰ ਇਹ ਚੀਜ਼ਾਂ ਦਾ ਧਿਆਨ ਰੱਖੋ, ਤੁਹਾਡਾ ਇਨਟੇਕ ਬਿਲਕੁਲ ਸੇਫ ਹੈ ਤੁਹਾਡੇ ਲਈ। ਬਿਲਕੁਲ ਸਹੀ ਹੈ। ਸੋ ਬਹੁਤ ਬਹੁਤ ਥੈਂਕਸ ਕੀਰਤੀ, ਤੁਸੀਂ ਯੂਕੇ ਬਾਰੇ ਕਾਫੀ ਪੁਆਇੰਟਸ, ਵਧੀਆ ਪੁਆਇੰਟ ਜੋ ਹੈ ਸਟੂਡੈਂਟਸ ਦੇ ਨਾਲ ਸਾਂਝੇ ਕੀਤੇ ਨੇ। ਸੋ ਸਟੂਡੈਂਟਸ ਨੂੰ ਫਿਰ ਤੋਂ ਕਹਿਣਾ ਚਾਹਾਂਗੇ ਕੋਈ ਡਾਊਟ ਹੈ, ਕੋਈ ਸਵਾਲ ਇਸ ਨੰਬਰ ਤੇ ਕਾਲ ਕਰ ਸਕਦੇ ਹੋ, ਕਮੈਂਟ ਸੈਕਸ਼ਨ ਵਿੱਚ ਵੀ ਆਪਣੇ ਸਵਾਲ ਤੁਸੀਂ ਜ਼ਰੂਰ ਡ੍ਰੌਪ ਕਰ ਸਕਦੇ ਹੋ, ਤੇ ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਥੈਂਕ ਯੂ।